ਸਲੋਕ ਮਹਲਾ ਪੰਜਵਾ। ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਸਲੋਕ ਉਚਾਰਨ ਕਰ ਰਹੇ ਹਨ। ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਸਰਲੇਖ ਹੇਠ 15ਵਾਂ ਸਲੋਕ ਸਾਹਿਬ ਦਰਜ ਕਰ ਰਹੇ ਨੇ। ਤੈਡੀ ਬੰਦਸ ਮੈਂ ਕੋਈ ਨ ਡਿਠਾ। हे परमेश्वर, तेरी बंदस मानिंद सदर्श तेरे न्याई तेरे बराबर दा मैनू अज तक दुनिया दे विच कोई भी नहीं डिठा, कोई मिलिया नहीं, मैं किसी नूं देखिया नहीं या तैनू किसी किस्म की बंदस रुकावट पाने वाला या तैनू बंदी खाने में पाने वाला दुनिया दे विच अज तक मैं कोई नहीं वेखिया। तू नानक मन भाना। सतगुरु महाराज साहब जी कथन करते ने कि हे परमेश्वर, एक तू मेरे मन मेरे हिरदे विच भाउंदा है, प्यारा लगदा है। तू मेरो प्यारो तां कैसी भुख, तू मन वसिया तां लगे ना दुख। कोल कुमाई तिस मित्र विचोले, मैं तिस विचोलगी करन वाले मित्र सज्जन गुरु के उपरों मन बाणी शरीर करके वारने बलिहारने जावा। जय मिल कंत पछाणा देह कंत खसम पति परमेश्वर मेरे मालका। जय जिस सतगुरु के नाल मिलाप करके मैं तेनों पहचानना कीता है, उस सतगुरु के उपरों मैं बलिहार जावा, मैं कुर्बान जावा। सो मैं वारी जावा, आपदा बल आपदा अहंकार में त्याग के उहदे चरनां दी सेवा करना करा। महला पंजवा। पंजवें पातशाह धन सतगुरु अर्जन देव साहब जी महाराज फरमान करते हैं। पाव सुहावे जहाँ ताओ तिर जुलदे। हे परमेश्वर, पैर तां ही शोभनीक हुंदे हन जद तेरे दर्शन करन वास्ते तेरी तरफ चलते हैं। इसी प्रकार पाव सुहावे जहाँ ताओ तिर जुलदे। जदों सत्संगत विच तेरा सरूप सतगुरां दी तरफ भाव दर्शन करन लई चलदे हन, तदों जिहड़े पैर ने वो शोभनीक हुंदे हन। शीस सुहावा चरणी ਅਤੇ ਜੋ ਸੀਸ ਸਿਰ ਹੈ ਇਹ ਤਾਂ ਸ਼ੋਭਾ ਵਾਲਾ ਹੁੰਦਾ ਹੈ ਜਦ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਆ ਟਿਕਦਾ ਹੈ। ਮੁਖ ਸੁਹਾਵਾ ਜਾਂ ਤਉ ਜਸ ਗਾਵੈ। ਜਿਹੜਾ ਮੁਖ ਮੂੰਹ ਹੈ ਇਹ ਤਾਂ ਸ਼ੋਭਨੀਕ ਹੁੰਦਾ ਹੈ ਜਦ ਤੇਰਾ ਜਸ तेरा ये कीर्तन गाँदा है। सो पातशाह जी का वचन है कि हे रसना, ये रसना तू अनरस राच रही, तेरी प्यास न जाए, प्यास न जाए होरद कितै जिचर हर रस पल्ले न पाए। हर रस पाए पल्ले पीए, हर रस बहु न तसना लागे आए।
ਇਹੋ ਹਰਸ ਗਰਮੀ ਪਾਈ ਹੈ, ਸਤਿਗੁਰੂ ਮਿਲੇ ਜਿਸ ਆਏ ਕਹੈ ਨਾਨਕ। ਹੋਰ ਅਨ ਰਸ ਵੀਸਰੇ ਜਾਂ ਹਰ ਵਸੈ ਮਨ ਆਏ। ਸੋ ਜਿਹੜਾ ਮੁਖ ਹੈ, ਇਹ ਮੁਖ ਦੀ ਸ਼ੋਭਾ ਤਾਂ ਹੈ ਜੇ ਵਾਹਿਗੁਰੂ ਜੀ ਦਾ ਨਾਮ ਰਸਨਾ ਦੇ ਨਾਲ ਇਹ ਜਸ ਗਾਵੇ। ਜਿਉ ਪਿਆ ਤਉ ਸਰਣੀ। ਅਤੇ ਜੀਵ ਤੇਰੀ ਓਟ ਦੇ ਵਿੱਚ ਪਿਆਰੇ ਤਾਂ ਸ਼ੋਭਨੀਕ ਹੁੰਦਾ ਹੈ, ਜਾਂ ਜੀਵ ਦਾ ਹਿਰਦਾ ਤਾਂ ਸ਼ੋਭਨੀਕ ਹੈ ਜੇ ਤੇਰੀ ਸ਼ਰਨ ਵਿੱਚ ਪਿਆਰੇ ਭਾਵ ਤੇਰਾ ਆਸਰਾ ਲੈਣਾ ਕਰੇ। ਪੌੜੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹੀ ਪੌੜੀ ਉਚਾਰਨ ਕਰ ਰਹੇ ਹਨ। ਮਿਲਨਾਰੀ ਸਤ ਸੰਗ ਮੰਗਲ ਗਾਵੀਆ। ਜਿਸ ਜਗਿਆਸੂ ਰੂਪ ਇਸਤਰੀ ਨੇ ਮਹਾਤਮਾ ਰੂਪ ਸਖੀ ਨਾਲ ਸਤ ਸੰਗਤ ਵਿੱਚ ਮਿਲ ਕੇ ਪਤੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ ਹੈ। ਘਰ ਕਾ ਹੁਆ ਬੰਧਾਨ ਬਹੁੜ ਨਾ ਧਾਵੀਆ। ਉਸ ਲਈ ਸਰੂਪ ਤੁਰਿਆ ਪਦ ਰੂਪ ਘਰ ਦੀ ਪ੍ਰਾਪਤੀ ਦਾ ਪ੍ਰਬੰਧ ਹੋ ਗਿਆ ਹੈ, ਭਾਵ ਨਿਯਮ ਬਣ ਗਿਆ ਹੈ। ਇਸ ਕਰਕੇ ਉਹ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਦੌੜਦੀ ਹੈ ਅਤੇ ਬਿਨਠੀ ਦੁਰਮਤ ਦੁਰਤ ਸੋਏ ਕੂੜਾ ਵੀਆ। ਉਹਨਾਂ ਦੀ ਉਸ ਦੀ ਝੂਠੀ ਸ਼ੋਭਾ ਦੁਰਤ ਪਾਪਾਂ ਤੇ ਦਵੈਤ ਨੂੰ ਪੈਦਾ ਕਰਨ ਵਾਲੀ ਦੁਰਮਤ ਖੋਟੀ ਸਿੱਖਿਆ ਇਹ ਬਿਨਠੀ ਨਾਸ਼ ਹੋ ਗਈ ਹੈ। ਸੀਲਵੰਤ ਪ੍ਰਧਾਨ। ਉਹੀ ਸ੍ਰੇਸ਼ਟ ਨਰਮ ਸੁਭਾਅ ਵਾਲੀ ਅਤੇ ਵਿਕਾਰਾਂ ਨੂੰ ਜਿਤਨੇ ਕਰਕੇ ਲੋਕ ਅਤੇ ਪਰਲੋਕ ਦੇ ਵਿੱਚ ਪ੍ਰਧਾਨ ਮੁਖੀ ਹੈ। ਹਿਰਦੈ ਸੱਚਾ ਵੀਆ। ਜਿਸ ਦੇ ਹਿਰਦੇ ਵਿੱਚ ਸੱਚ ਸਰੂਪ ਦੀ ਪ੍ਰਾਪਤੀ ਆ ਗਈ ਹੈ, ਜਾਂ ਹਿਰਦੇ ਵਿੱਚ ਜਿਸ ਦੇ ਸਚਾਈ ਆ ਗਈ ਹੈ। ਅੰਦਰ ਬਾਹਰ ਇੱਕ। ਉਸ ਨੂੰ ਹਿਰਦੇ ਦੇ ਵਿੱਚ ਵੀ ਇੱਕੋ ਪਰਮੇਸ਼ਰ ਅਤੇ ਬਾਹਰ ਸੰਸਾਰ ਵਿੱਚ ਵੀ ਇੱਕੋ ਪਰਮੇਸ਼ਰ ਵਿਆਪਕ ਦਿਸਦਾ ਹੈ। ਇੱਕ ਰੀਤਾ ਵੀਆ। ਅਤੇ ਉਸ ਦੇ ਅੰਦਰ ਵੀ ਇੱਕੋ ਦੀ ਰੀਤ ਮਰਿਆਦਾ ਆ ਗਈ ਹੈ, ਜਾਂ ਉਸ ਨੂੰ ਇੱਕ ਨਾਮ ਜਪਣ ਤੋਂ ਬਗੈਰ ਸਾਰੀ ਦੁਨੀਆ ਰੀਤਾਵੀਆ ਖਾਲੀ ਦਿਸਦੀ ਹੈ। ਮਨ ਦਰਸ਼ਨ ਕੀ ਪਿਆਸ। ਉਸ ਜਗਿਆਸੂ ਰੂਪ ਇਸਤਰੀ ਦੇ ਮਨ ਹਿਰਦੇ ਵਿੱਚ ਪਤੀ ਪਰਮੇਸ਼ਰ ਦੇ ਦਰਸ਼ਨ ਦੀਦਾਰਿਆਂ ਦੀ ਪਿਆਸ ਤਰੇ ਲੱਗੀ ਹੋਈ ਹੈ। ਚਰਨ ਦਾਸਾ ਵੀਆ। ਕਿਉਂਕਿ ਉਸਨੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੀਆਂ ਚਰਨ ਦਾਸੀਆਂ ਵਾਲਾ ਸੁਭਾਅ ਜੋ ਧਾਰਨ ਕਰ ਲਿਆ ਹੈ। ਸੋਭਾ ਬਣੀ ਸੀਗਾ ਖਸਮ ਜਾ ਰਾਵੀਆ। ਜਦ ਖਸਮ ਮਾਲਕ ਪਰਮੇਸ਼ਰ ਨੇ ਉਸ ਨੂੰ ਆਪਣੇ ਵਿੱਚ ਰਾਵੀਆ ਅਭੇਦ ਕਰ ਲਿਆ, ਜਾਂ ਜਦੋਂ ਉਹਨੇ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮੰਨਣਾ ਕੀਤਾ, ਭੋਗਣਾ ਕੀਤਾ, ਤਦੋਂ ਉਸ ਦੀ ਪ੍ਰੇਮਾ ਭਗਤੀ ਕਰਕੇ ਸ੍ਰੇਸ਼ਟ ਸ਼ੋਭਾ ਮਹਿਮਾ ਬਣ ਗਈ। ਮਹਿਮਾ ਬਣ ਆਈ ਤੇ ਸ਼ੁਭ ਗੁਣਾ ਰੂਪ ਸ਼ਿੰਗਾਰ ਉਹ ਵੀ ਸਫਲਾ ਹੋ ਗਿਆ ਹੈ। ਖਸਮ ਜਾ ਰਾਵੀਆ। ਖਸਮ ਮਾਲਕ ਕੌਣ ਹੈ? ਪਰਮੇਸ਼ਰ। ਜਿਹੜੀ ਘਰ ਵਾਲੀ ਹੈ, ਧਰਮ ਸੁਪਤਨੀ ਹੈ, ਉਹਦੀ ਸ਼ੋਭਾ ਤਾਂ ਆਪਦੇ ਘਰ ਵਾਲੇ ਦੇ ਗੋਡੇ ਦੇ ਕੋਲ ਬੈਠਿਆ ਹੀ ਹੈ।
मतलब मालिक कौन है? परमेश्वर, वही साडा पति है। इस तरह इत्थे तो भावें करोड़ रुपया भी तुसीं दे दिओ भी थोड़ा है, पर गुरुद्वारे तो बाहर एक काणी कौडी भी साडा मुल नहीं है। कला बंदा की करूगा? बाणी का ही आसरा है। तो जे तो महाराज परमेश्वर मालिक की प्राप्ति है, उसकी संगत है, ਉਹਦੇ ਗੋਡੇ ਕੋਲ ਅਸੀਂ ਬੈਠੇ ਵਾਹਿਗੁਰੂ ਦੇ ਗੁਣ ਗਾ ਰਹੇ ਹਾਂ ਤਾਂ ਹੀ ਆਨੰਦ ਹੈ, ਨਹੀਂ ਤਾਂ ਜ਼ਿੰਦਗੀ ਦੁੱਖ ਹੀ ਦੁੱਖ ਹੈ। ਸੋ ਮਹਾਰਾਜ ਦੇ ਚਰਨਾਂ ਦੇ ਵਿੱਚ ਹੀ ਆਨੰਦ ਨੂੰ ਮਾਨਣਾ ਤੇ ਭੋਗਣਾ ਕੀਤਾ ਹੈ। ਇੱਕ ਸਿੰਘ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਦਾ ਬੜਾ ਪੁਰਾਣਾ ਗੜਵਾਈ ਭਾਈ ਸਰੂਪ ਸਿੰਘ, ਮੈਨੂੰ ਉਹਦੀ ਗੱਲ ਅੱਜ ਤੱਕ ਯਾਦ ਹੈ। ਕਹਿੰਦਾ ਮੈਂ ਕਾਰ ਵੀ ਲਈ, ਖੁੰਬਾਂ ਵੀ ਘਰ ਦੇ ਵਿੱਚ ਪੈਦਾ ਕੀਤੀਆਂ, बड़े बड़े पापड़ कारोबार किए, बड़े पापड़ वेले बड़ी खाक छाणी, पर परमात्मा ने पता नहीं साढ़े कर्मां च गुरुद्वारा पक्का ही लिख दिता भी इत्थों ही लंगर छकना ते इत्थे ही रहना है, तुहानूं किसी काम च कामयाब होण ही नहीं देना। पहली गल तां बंदा कोई काम कर नहीं सकता, जे शुरू कर लवे तो रब की इहो जी कृपा कह लो उन्हें कामयाबी नहीं करन देनी किसी च। तो इस वास्ते ये परमात्मा वालों ही है। तो महाराज के चरणों के विच ही शोभा है, होर किते कोई शोभा नहीं है। या शुभ गुणा रूपी श्रृंगार भी उसी का सफल है। मिलिया आए संजो लले नूं बिहारी होने करके मिलिया पाठ बनेगा। जदों जगियासु रूप जिहड़ी सखी है वो वाहिगुरू नूं भा गई है, तदों पूर्वले निष्काम कर्मां दे मेल करके साध संगत द्वारा पति परमेश्वर दे नाल आके वो मिलिया मिल गई है। जान तिस भाविया जिस वक्त जगियासु रूप सखी दी प्रेमा भगती वाहिगुरू पति परमेश्वर नूं भा गई है, तो फिर उसकी जिहड़ी बिरती है पुराने निष्काम कर्मां दे संजोग करके मिलिया वाहिगुरू दे विच उसके शब्द दे विच मिल गई है, भेद हो गई है। साची लिवै बिन देह नमाणी, देह नमाणी लिवै बजो, क्या करे विचारिया। सलोक महला पंजवा। पंजवें पातशाह धन धन श्री गुरु अर्जन देव साहिब जी महाराज शो पावन फरमान करते हैं। आपे गुण ताडे नानक जियो, हे सतगुरु नानक देव महाराज जियो, हे अकाल पुरख जियो, हब गुण तैटे सारे गुण कहिए पर उपकार इत्यादक तेरे ही बख्शे होए। मेरे ताई थिए प्राप्त होए हन। मैं निर्गुण ते क्या होवे, मैथों गुणा तो रहत भला की हो सकता है, या मैथों निर्गुण पासों दिर कीते उपकारां दा की मुल हो सकता है। भाव कोई भी मुल नहीं हो सकता। पहला तो ये परोपकार साढ़े पर वाहिगुरू जी का होया कि 1,84 जोन सभाई मानस को प्रभ दी वडियाई। 84 लाख जोनां दे विचों सानू रब ने बंदे बनाया। कई बंदियां दी जोन भी पशुआं वर्गी हुंदी, बीड़ियां पीवी जाओ, शराबां कबाबां। तो इहो जी जिहड़ी करतूत पशु की मानस जात इहदे तो बचा के सिखां दे घर जन्म दिता। सोहनी बड़ी मां दिती जिहड़ी गुरु घर नूं मनण वाली। फिर गुरु घर दी सोझी दिती, गुरुद्वारे हर कीर्तन सुणीए, सतगुर भेट हर जस मुख बणीए। रब वर्गा गुरु दिता।
महला वर्गा गुरुद्वारा बख्श दिता। अजकल तो लोग गल करन दा भी कंसलटेंट का भी कंसलटेशन जी सलाह मशवरा हुंदा उहदा भी मुल पाउंदे, किते भी बैठण का किराया लेंदे। कितनी वड्डी कृपा है, इन्नी उच्ची सुची धुर की बाणी सानू फ्री खाते प्राप्त हो रही है। ते परोपकारी तां हन। खंडे बाटी का अमृत बख्शिया, गुर मंत्र गुरबाणी का पाठ पठन सब कुछ महाराज की कृपा होई। ते आ कुदरत वालों ऑक्सीजन, सोहना वातावरण, रहन बहन, ये वाहिगुरु जी के परोपकारी तां हन। सो इसलिए हे महाराज, मैं तो निर्गुण आ रहा हाँ, आपदे कीते परोपकारां दा मैं की मुल पा सकदा हाँ। जी वड दातार ना कोई, हे परमेश्वर तेरे जिहड़ा वड्डा संसार विच दाता देण वाला दाता होर कोई नहीं है। जाचक सदा जाचोवै, इसलिए मैं जाचक मंगता बन के सदा ही आप जी के दर्शनां नूं, आप जी के नाम नूं मंगदा हाँ। जाचक जन जाचै प्रभुदान, कर कृपा देवो हर नाम। कृपा करके अपना नाम दान बख्शो जी। हम भीखक बेखारी तेरे, तू निज पत है दाता। ओ दयाल नाम देहो मंगत जन गो, सदा रहो रंग राता। हमेशा असीं आप दे रंग प्रेम दे विच रते रहिए जी। दर्शन मांगो देह प्यारे, तुमरी सेवा कौन कौन न तारे। महला पंजवा। पंजवें पातशाह श्री गुरु अर्जन देव साहब जी महाराज कृपा बख्शिशा रहमतां कर रहे हन। देह छे जंदड़ी ऊण मजूना, जिहड़ी प्रतख देह काया है, इहदे सिजण छुटण वेले भाव नाश होने वेले मझूणा विचला हिरदा शुभ गुणा तो ऊण खाली सीगा। इसे प्रकार देह छे जंदड़ी ऊण मझूणा, जदों प्रतख देह सिजण वेले छुटण वेले पहुंची, इहदी मौत आई। हिरदे ने अपने आप नूं शुभ गुणा तो खाली वेखिया। या इसे प्रकार देह छे जंदड़ी ऊण मझूणा। पाठ तो इसी तरह ही है जिस तरह आपने सुनिया, पर अर्थ करने लई जे ऊणम मन लईए ते झूणा, तो इसका अर्थ बनेगा कि काइयां दे नाश होने वेले जीव आत्मा अपने आप नूं निकारा वेख के कि मैं कुछ नहीं कर सकती। ऊणम सो झूणा निमो झूणा ये हो जाता वेख के। देह जड़ी है ये बड़ी उदास जी हो जाती है, या परमेश्वर दे नाम सिमरन आनंद तो ऊण खाली बगैर हिरदा झूर रहा सीगा। ते पर महाराज फरमाउंदे ने गुर सज्जन जियो तराया। सज्जन रूप सतगुरु जी ने मेरे जियो हिरदे विच धीरजता दे ताई धरौणा कीता है, या हिरदे विच वाहिगुरु नाम धरौणा कीता है। इसे प्रकार गुर सज्जन जियो तराया। गुरा ने उपदेश दे के सज्जन अकाल पुरख दे नाल मिला के दिल धरा दिता, दिल लगा दिता है। भाव सतगुरां ने उपदेश द्वारा समझा दिता है कि परमेश्वर हर वक्त सदा अंग संगे भंगं विभूते
ਤੇਰੇ ਅੰਗ ਸੰਗ ਹੈ। ਹਬੇ ਸੁਖ ਸੁਹੀ ਲੜਾ ਸੁਤਾ, ਲੋਕ ਪਰਲੋਕ ਦੇ ਜਾਂ ਜੀਵਨ ਮੁਕਤੀ ਜਾਂ ਵਿਦੇਹ ਮੁਕਤੀ ਆਦਿਕ ਸਾਰੇ ਸੁੱਖਾਂ ਨੂੰ ਪਾ ਕੇ ਅਤੇ ਬ੍ਰਹਮਾਨੰਦ ਰੂਪ ਸੁਖ ਦੇ ਸਹਿਤ ਸੁਹੇਲੜਾ ਸੁਖੀ ਹੋ ਕੇ ਨਿਰਵਿਕਲਪ ਸਮਾਧੀ ਵਿੱਚ ਸੌਣਾ ਭਾਗ ਰਾਜਣਾ ਕੀਤਾ ਹੈ। ਜਿਤਾ ਜਗ ਸਬਾਇਆ, ਅਤੇ ਇਹ ਅਨੁਭਵ ਕੀਤਾ ਹੈ ਕਿ ਸਾਰਾ ਜਗ ਸੰਸਾਰ ਅਸਾਂ ਨੇ ਆਪਦੇ ਘਰ ਬੈਠਿਆਂ ਹੀ ਜਿੱਤ ਲਿਆ ਹੈ। ਔੜੀ ਕਿਉਂਕਿ ਮਨ ਜੀਤੈ ਜਗ ਜੀਤ, ਜਦ ਸ਼ਬਦ ਵਿੱਚ ਮਨ ਟੇਕੀ ਗਿਆ ਹੈ ਤਾਂ ਸਾਰੇ ਸੁੱਖ ਆ ਕੇ ਪ੍ਰਾਪਤ ਹੋ ਗਏ, ਕਿਤੇ ਭਟਕਣ ਦੀ ਲੋੜ ਹੀ ਨਹੀਂ ਪਈ। ਸੋ ਮਨ ਜਦ ਕੀਰਤਨ ਦੀ ਡਿਊਟੀ ਸਮਾਪਤ ਕਰਦੇ ਨੇ ਤਾਂ ਇਹ ਪੌੜੀ ਸਾਧ ਸੰਗਤ ਜੀ ਉਹ ਪੜ੍ਹ ਕੇ ਸੰਗਤ ਨੂੰ ਸਰਵਣ ਕਰਾਉਂਦੇ ਹਨ। ਹੇ ਪਰਮੇਸ਼ਰ, ਤੇਰਾ ਜੋ ਸਾਧ ਸੰਗਤ ਰੂਪ ਦਰਬਾਰ ਹੈ ਉਹ ਵੀ ਵੱਡਾ ਹੈ, ਵੱਡੀਆਂ ਵੱਡਾ ਪਾਰ ਤੇਰਾ ਮਰਤਬਾ, ਰੰਗ ਬਿਰੰਗੇ ਅਨੇਕ ਨਾ ਜਾਪਣ ਕਰਤਬਾ। ਜੀ ਅੰਦਰ ਜੀਓ ਸਭ ਕੇ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਕਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਨ ਮਹਤਾ ਤੇਜ ਆਪਣਾ ਆਪ ਜਾਰ, ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾ ਸੰਦਾਸ ਤੁਧ ਆਗੇ ਬਿਨ ਮਤਾ, ਨਾਨਕ ਦਾ ਸੰਦਾਸ ਤੁਧ ਆਗੇ ਬਿਨ ਮਤਾ। ਸ਼ਲੋਕ ਪਵਨ ਗੁਰੂ ਇਹ ਪੜ੍ਹ ਕੇ ਫਿਰ ਫਤਿਹ ਬੁਲਾਉਂਦੇ ਨੇ। ਕਿਉਂਕਿ ਕੌਣ ਵੱਡਾ, ਮਾਇਆ ਵਡਿਆਈ, ਦੁਨੀਆ ਦੀਆਂ ਅੱਖਾਂ ਦੇ ਵਿੱਚ ਕੌਣ ਵੱਡਾ ਹੈ? ਜਿਹੜਾ ਰੁਪਈਆ 5, 7, 10 ਲੱਖ ਗੁਰਦੁਆਰੇ ਨੂੰ ਦੇਵੇ ਉਹਨੂੰ ਕਹਿੰਦੇ ਵੀ ਤੈਨੂੰ ਪ੍ਰਧਾਨ ਬਣਾ ਦਿੰਦੇ। ਮਾਇਆ ਪ੍ਰਧਾਨ ਹੈ, ਬੰਦਾ ਪ੍ਰਧਾਨ ਨਹੀਂ ਹੈ। ਕਿਤੇ ਸਭਾ ਸੁਸਾਇਟੀ ਨੂੰ ਤੁਸੀਂ ਡੋਨੇਸ਼ਨ ਦਿਓ, ਪੈਸੇ ਦੇ ਕੇ ਪ੍ਰਧਾਨਗੀ ਲੈ ਲਓ। ਕਿਸੇ ਵੀ ਪਾਰਟੀ ਨੂੰ ਤੁਸੀਂ ਲੱਖ 2 ਲੱਖ ਰੁਪਈਆ ਦਿਓ, ਖਾਸ ਕਰਕੇ ਵੋਟਾਂ ਦੇ ਵਿੱਚ, ਤੇ ਫਲਾਣੀ ਮਹਾਸਭਾ, ਫਲਾਣਾ ਸਮਾਜ, ਜਾਤਾਂ ਪਾਤਾਂ ਦੇ ਨਾਮ ਤੇ ਜੱਟ ਮਹਾਸਭਾ ਤੇ ਰਵਿਦਾਸੀਆ ਸਮਾਜ ਜਾਂ ਕੁਛ ਵੀ ਲਾ ਲਓ, ਉਹਦੇ ਪ੍ਰਧਾਨ ਬਣ ਜਾਓ। ਕਿਸੇ ਵੀ ਪਾਰਟੀ ਵੱਲੋਂ ਪੈਸਾ ਪ੍ਰਧਾਨ ਹੈ ਦੁਨੀਆ ਦੇ ਵਿੱਚ, ਤਾਂ ਪੈਸਾ ਪ੍ਰਧਾਨ ਹੈ। ਤੇ ਸਾਡੇ ਲਈ ਕੌਣ ਵੱਡਾ? ਮਾਇਆ ਵਡਿਆਈ ਨਹੀਂ ਹੈ। ਮਹਾਰਾਜ ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਾਈ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਕਿਉਂਕਿ ਜਿੱਡਾ ਵੱਡਾ ਮਾਲਕ ਹੋਵੇ ਓਡਾ ਵੱਡਾ ਹੀ ਬੰਦਾ ਬਣ ਜਾਂਦਾ। ਜਿੰਨੀ ਵੱਡੀ ਪਾਰਟੀ ਹੈ ਬੰਦਾ ਉਹਦੇ ਨਾਲ ਜੁੜ ਗਿਆ ਤੇ ਉਹਦੇ ਵਰਗੀ ਸਟਰੈਂਥ ਬਣ ਗਈ, ਸਟਰੋਂਗ ਹੋ ਗਿਆ ਪਾਰਟੀ ਦੇ ਨਾਲ ਹੀ, ਸਮਾਜ ਦੇ ਨਾਲ ਹੀ। ਜਿਹਦੇ ਨਾਲ ਜੁੜਿਆ ਉਹਦੇ ਵਰਗਾ ਹੋ ਗਿਆ। ਜਿਹੜੀ ਵੇਲ ਹੈ ਜਿੰਨੀ ਉੱਚੇ ਦਰਖਤ ਨਾਲ ਜੁੜੇਗੀ ਉਨੀ ਉੱਚੀ ਚੜ੍ਹ ਜਾਊਗੀ। ਤੋ ਇਸੇ ਪ੍ਰਕਾਰ ਸਾਡਾ ਸਾਹਿਬ ਵੱਡਾ ਹੈ, ਮਾਲਕ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੇ ਮੇਰੇ ਦਾੜੀ ਮੁਛ ਕੋਈ ਨਹੀਂ ਸੀ, ਉਮਰ ਵੀ ਛੋਟੀ, ਇੰਨਾ ਡਰ ਲੱਗੇ ਵੀ ਮਹਾਰਾਜ ਦਾ ਤਖਤ ਏਡਾ ਵੱਡਾ। ਤੇ ਪਾਠ ਕਰਦਿਆਂ ਨੂੰ ਤਾਂ ਕਾਫੀ ਟਾਈਮ ਹੋ ਗਿਆ, ਪਰ ਮਹਾਰਾਜ ਦੀ ਹਜ਼ੂਰੀ ਨਹੀਂ ਸੀ ਬੈਠੇ। ਕੋਈ ਸੇਵਾਦਾਰ ਭਾਂਡੇ ਧੋ ਰਿਹਾ ਸੀ ਤੇ ਮੈਂ ਕਿਹਾ ਵੀ ਮਹਾਰਾਜ ਦੀ ਹਜ਼ੂਰੀ 'ਚ ਮੈਂ ਬੈਠ ਜਾਵਾਂ। ਕਹਿੰਦੇ ਲੈ ਮੈਨੂੰ ਪੁੱਛਣ ਦੀ ਕੀ ਲੋੜ ਹੈ, ਮੈਂ ਤਾਂ ਆਪ ਭਾਂਡੇ ਮਾਂਜਦਾ, ਮੈਨੂੰ ਤਾਂ ਆਪ ਪਾਠ ਨਹੀਂ ਆਉਂਦਾ। ਜੇ ਤੈਨੂੰ ਪਾਠ ਆਉਂਦਾ ਤਾਂ ਤੂੰ ਬਹਿ ਜਾ। ਮੈਂ ਕਿਹਾ ਨਹੀਂ, ਡਰ ਲੱਗਦਾ। ਮੈਂ ਤਾਂ ਤੈਨੂੰ ਪੁੱਛਿਆ ਵੀ ਤੂੰ ਮਹਾਰਾਜ ਦਾ ਸੇਵਾਦਾਰ। ਕਹਿੰਦੇ ਕੋਈ ਨਹੀਂ, ਬੈਠ ਜਾ, ਮੂੰਹ ਹੱਥ ਧੋ ਤੇ ਬਹਿ ਜਾ। ਤੋ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਬੈਠੇ ਹਾਂ। ਤੁਸੀਂ ਭਾਵੇਂ ਬੈਠ ਕੇ ਵੇਖ ਲਓ, ਬੜੀਆਂ ਹੀ ਉੱਚੀਆਂ ਤੇ ਬੜੀਆਂ ਹੀ ਸੁੱਚੀਆਂ ਫੀਲਿੰਗਸ ਆਉਂਦੀਆਂ ਨੇ। ਮਤਲਬ ਸਾਹਿਬਾਂ ਦੀ ਹਜ਼ੂਰੀ 'ਚ ਬੈਠਿਆ ਹੋਇਆ ਐਸੀ ਫੀਲਿੰਗ ਵੀ ਆਉਂਦੀ ਹੈ ਵੀ ਅਸੀਂ ਇਸ ਦੇ ਯੋਗ ਨਹੀਂ ਸੀਗੇ ਤੇ ਪਤਾ ਨਹੀਂ ਮਹਾਰਾਜ ਨੂੰ ਪਸੰਦ ਕਿਵੇਂ ਆ ਗਏ। ਨਾ ਮੈਂ ਰੂਪ, ਨਾ ਬੰਕੇ ਨੈਣਾ, ਨਾ ਕੁਲ ਢੰਗ, ਨਾ ਮੀਠੇ ਬਹਿਣਾ।
ਕਈਆਂ ਦੀ ਤਾਂ ਕੁੱਲ ਵੀ ਉੱਚੀ ਹੁੰਦੀ ਹੈ ਨਾ, ਜਿਸ ਤਰ੍ਹਾਂ ਬਾਹਮਣ ਗੁਰੂ ਹੈ ਜਗਤ ਦਾ, ਸਾਡੀ ਕੁੱਲ ਵੀ ਕੋਈ ਐਸੀ ਉੱਚੀ ਨਹੀਂ। ਛੋਟਾ ਬੱਚਾ ਰੱਖਿਆ ਸਮਾਂ ਉਹ ਸਮਾਂ ਕਿੱਡੀ ਸੋਹਣੀ। ਨਾ ਤਾਂ ਸਾਡੀ ਕੋਈ ਉੱਚੀ ਕੁੱਲ ਹੈ, ਨਾ ਕੋਈ ਸਾਡਾ ਢੰਗ ਤਰੀਕਾ ਹੈ, ਕੋਈ ਆਉਣ ਦਾ, ਕੋਈ ਜਾਣ ਦਾ, ਕੋਈ ਬੋਲਣ ਦਾ ਕਿਸੇ ਵੀ ਕਿਸਮ ਨਾਲ, ਤੇ ਸਾਡਾ ਕੋਈ ਤੌਰ ਤਰੀਕਾ ਸਹੀ ਹੀ ਨਹੀਂ ਹੈ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਜੋ ਹਮਰੀ ਮਿੱਧ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਗਰਮੀ ਨੇ ਛੁੱਟੀਆਂ ਸਾਈਕਲ ਫੜਨਾ, ਪਿੰਡ ਦੀਆਂ ਨਿਆਈਆਂ 'ਚ ਤੁਰੇ ਫਿਰਨਾ, ਗੰਦ ਮੰਦ ਜ਼ਰੂਰੀਆਂ ਤੇ ਮਾਫ ਕਰਨਾ, ਇਹੀ ਕੁਛ ਕਰਦੇ ਨੇ ਬੱਚੇ ਸਾਡੇ। ਕੀ ਕਰਦੇ ਨੇ? ਮਾਵਾਂ ਫੜ ਫੜ ਅੰਦਰ ਵਾੜਦੀਆਂ ਵੀ ਘੜੀ ਸੌਂ ਹੀ ਲਓ, ਹੋਰ ਨਹੀਂ ਕੁਛ ਕਰਨਾ। ਧੁੱਪੇ ਤੁਰੇ ਫਿਰਦੇ ਰਹਿਣਾ, ਟਾਈਮ ਵੀ ਬਰਬਾਦ, ਸਰੀਰ ਵੀ ਬਰਬਾਦ। ਬੁਰੀ ਸੰਗਤ 'ਚ ਪੈ ਕੇ, ਬੁਰੀ ਸੰਗਤ ਦੀ ਕਿਰਪਾ ਨਾਲ ਹੀ ਨਿਆਣੇ ਸਾਡੇ ਸ਼ਰਾਬੀ ਕਬਾਬੀ ਕੇਸ ਨੂੰ ਕਟਾ ਕੇ ਮਾਂ ਪਿਓ ਤੋਂ ਮੁਨਕਰ ਬਾਗੀ ਹੋ ਜਾਂਦੇ। ਤਾਂ ਕਿੰਨਾ ਸੋਹਣਾ ਹੋਵੇ ਜੇ ਗੁਰੂ ਘਰ ਆ ਕੇ ਕਿਸੇ ਸਿਆਣੇ ਸਿੰਘ ਨੂੰ ਬੇਨਤੀ ਕਰਕੇ ਜਪਜੀ ਸਾਹਿਬ ਪੜ੍ਹਿਆ ਜਾਏ, ਕੋਈ ਗੁਰਬਾਣੀ ਦੀ ਸੰਥਿਆ ਕੀਤੀ ਜਾਏ। ਤੇ ਇਸ ਲਈ ਹੇ ਮਹਾਰਾਜ, ਅਸੀਂ ਰੁਲਦੇ ਫਿਰਦੇ ਸੀ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ, ਧੱਕੇ ਖਾਂਦੇ ਫਿਰਦੇ ਸੀ, ਸਾਨੂੰ ਕੋਈ ਖਲੋਣ ਬਹਿਣ ਦੀ ਜਗ੍ਹਾ ਨਹੀਂ ਸੀ, ਸਾਡਾ ਕਿਤੇ ਗੁਜ਼ਾਰਾ ਨਹੀਂ ਸੀ ਚੱਲਦਾ। ਜਦੋਂ ਦੇ ਤੇਰੇ ਚਰਨਾਂ ਵਿੱਚ, ਤੇਰੇ ਵੱਡੇ ਦਰਬਾਰ 'ਚ ਆਏ ਆ, ਤੇ ਉਦੋਂ ਦਾ ਜਿਹੜਾ ਮਨ ਹੈ ਬੜਾ ਸੰਤੁਸ਼ਟ ਹੈ। ਕਿਉਂਕਿ ਜੇ ਕੁਛ ਵੀ ਨਹੀਂ ਗਾ, ਮਾਲਕ ਤਾਂ ਵੱਡਾ ਹੈ ਨਾ ਸਾਡਾ, ਇਹਨਾਂ ਦਾ ਹੌਸਲਾ। ਮਰਦਾਨੇ ਨੂੰ ਮਹਾਰਾਜ ਨੇ ਆਖਿਆ ਸੀਗਾ ਵੀ ਜਿੱਦਣ ਮਰੂੰਗਾ ਆਪਦੀ ਮੌਤੇ ਮਰੂੰਗਾ, ਭੁੱਖਾ ਨਹੀਂ ਮੈਂ ਮਰਨ ਦਿੰਦਾ। ਜੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਰਹਿ ਕੇ ਬੰਦਾ ਭੁੱਖਾ ਮਰ ਗਿਆ ਤੇ ਫਿਰ ਦੁਨੀਆ ਦਾ ਕੀ ਬਣੂਗਾ? ਮਹਾਰਾਜ ਤਾਂ ਸਾਰੀ ਦੁਨੀਆ ਨੂੰ ਰੋਟੀ ਖਵਾਉਂਦੇ ਨੇ, ਜੇ ਹੋਰ ਨਹੀਂ ਬੰਦਾ ਭੁੱਖਾ ਤਾਂ ਨਹੀਂ ਨਾ ਮਰੂਗਾ। ਮਾਲਕ ਜੋ ਵੱਡਾ ਹੈ, ਉਹਦਾ ਦਰਬਾਰ ਵੱਡਾ ਹੈ, ਜਿਸ ਦਾ ਮਾਲਕ ਵੱਡਾ ਸ਼ਹਿਨਸ਼ਾਹ ਹੈ, ਉਹਨੂੰ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ। ਤਾਂ ਇਸ ਲਈ ਪੰਜਵੇਂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਜਾਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਸ ਦਾ ਮਾਲਕ ਉੱਚਾ ਹੋਵੇ, ਦਰਬਾਰ ਏਡਾ ਵੱਡਾ ਛੱਡ ਕੇ ਤੇ ਨਿੱਕੀਆਂ ਨਿੱਕੀਆਂ ਛਪੜੀਆਂ ਦੇ ਸਮੁੰਦਰ ਛੱਡ ਕੇ ਬੰਦਾ ਤੁਰਿਆ ਫਿਰੇ, ਕਬਰਾਂ ਨੂੰ ਮੱਥੇ ਮਾਰੇ, ਜਿਹਦੇ ਨਾਲ ਕੋਈ ਕਮਰਾ, ਨਾ ਕੋਈ ਨਲਕਾ, ਨਾ ਟੂਟੀ, ਨਾ ਗੱਲ, ਨਾ ਬਾਹਰ, ਨਾ ਬਹਿਣ ਦੀ ਜਗ੍ਹਾ, ਨਾ ਖਲੋਣ ਦੀ ਜਗ੍ਹਾ, ਤੰਬੂ ਜੇ ਲਾਏ ਹੋਏ ਨੇ। ਕੋਈ ਚੰਗਾ ਲੱਗੂਗਾ ਬੰਦਾ ਉੱਥੇ ਏਡਾ ਵੱਡਾ ਸੋਹਣਾ ਦਰਬਾਰ ਛੱਡ ਕੇ? ਤੇ ਇਸ ਵਾਸਤੇ ਇਸ ਘਰ ਮੇਂ ਹੈ ਸੋ ਤੂੰ ਢੂੰਡ ਖਾਏ। ਜਦ ਆਪਦੀ ਕੋਈ ਕੋਠੀ ਨਾ ਹੋਵੇ, ਕਾਰ ਨਾ ਹੋਵੇ, ਫਿਰ ਵੀ ਬੰਦਾ ਕਹੇ ਕਿ ਦੂਜੇ ਨੂੰ ਇਹਨੇ ਮਾਲਕ ਬਣਾ ਲਿਆ। ਜਦ ਰੱਬ ਨੇ ਸਭ ਕੁਝ ਦਿੱਤਾ ਹੋਇਆ ਹੈ, ਫਿਰ ਆਪਾਂ ਕਿਉਂ ਬਾਹਰ ਨੂੰ ਭੱਜਦੇ ਹਾਂ? ਏਡੇ ਵੱਡੇ ਮਾਲਕ, ਏਡੇ ਵੱਡੇ ਦਰਬਾਰ ਨੂੰ ਛੱਡ ਕੇ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਪੌੜੀ ਉਚਾਰਨ ਕਰ ਰਹੇ ਨੇ, ਵੱਡਾ ਤੇਰਾ ਦਰਬਾਰ। ਆ ਜੋ ਸਾਧ ਸੰਗਤ ਰੂਪ ਦਰਬਾਰ ਹੈ, ਹੇ ਵਾਹਿਗੁਰੂ, ਤੇਰਾ ਬਹੁਤ ਵੱਡਾ ਦਰਬਾਰ ਹੈ। ਔਰ ਜਿੰਨੇ ਵੀ ਇੱਥੇ ਬੈਠਦੇ ਨੇ ਉਹ ਸਾਰੇ ਅਮੀਰ ਘਰਾਣਿਆਂ ਦੇ ਹਨ, ਗਰੀਬ ਬੰਦੇ ਦਾ ਇੱਥੇ ਕੰਮ ਕੋਈ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਓ। ਨਾ ਤਸਵੀਸ ਗਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹਿ ਖੂਬ ਵਤਨ ਗਹਿ ਭਾਈ, ਊਹਾ ਖੈਰ ਸਦਾ ਮੇਰੇ ਭਾਈ। ਕਾਇਮ ਦਾਇਮ ਸਦਾ ਪਾਤ ਸਾਹੀ, ਦੋਮ ਨਾ ਸੇਮ ਏਕ ਸੁਆਹੀ। ਆਪਾ ਦਾਨ ਸਦਾ ਮਸ਼ਹੂਰ, ਊਹਾ ਗਨੀ ਬਸੇ ਮਾਮੂਰ। ਤਿਉ ਤਿਉ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਕਹੋ ਰਵਿਦਾਸ ਕਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਮੇਰਾ ਪ੍ਰਕਰਨ ਹੈ ਸ਼ਾਹੂਕਾਰ, ਊਹਾ ਗਨੀ ਬਸੇ ਮਾਮੂਰ। ਗੁਰਦੁਆਰੇ ਗਰੀਬ ਬੰਦੇ ਦਾ ਕੋਈ ਕੰਮ ਨਹੀਂ, ਇੱਥੇ ਸਾਰੇ ਅਮੀਰ ਆਉਂਦੇ ਨੇ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਰੂਪੀ ਧਨ, ਸ਼ਰਧਾ ਰੂਪੀ ਪੂੰਜੀ ਹੈ, ਸਤ ਸੰਦੋਖ ਆਦਿਕ ਸ਼ੁਭ ਗੁਣਾ ਰੂਪੀ ਭੰਡਾਰਾ ਹਿਰਦਾ ਭਰਿਆ ਹੋਇਆ ਹੈ।
ਉਹੀ ਗੁਰਮੁਖ ਚੰਗੇ ਪਾਸੇ ਲੱਗਦੇ ਨੇ। ਤੋ ਇਸ ਲਈ ਮਹਾਰਾਜ ਕਹਿੰਦੇ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜੇ ਦਰਬਾਰ ਵੱਡਾ ਹੈ ਤੇ ਜਿਹੜੇ ਉਹਦੇ ਵਿੱਚ ਬੈਠਦੇ ਨੇ, ਜੇ ਨਹੀਂ ਵੱਡੇ ਤੇ ਮਹਾਰਾਜ ਵੱਡੇ ਬਣਾ ਦਿੰਦਾ, ਉਹ ਸ਼ਾਹੂਕਾਰ ਬਣ ਜਾਂਦੇ ਨੇ। ਸੋਹੀ ਮਹੱਲਾ ਪੰਜਵਾ। ਭਾਗਠੜੇ ਹਰ ਸੰਤ ਤੁਮਹਾਰੇ, ਜਿਨ ਘਰ ਧਨ ਹਰ ਨਾਮਾ, ਪਰਮਾਨ ਗਣੀ ਸੇ ਆਏ ਸਫਲਤ ਨ ਕੇ ਕਾਮਾ। ਮੇਰੇ ਰਾਮ ਹਰ ਜਨ ਕੈ ਹੋਂ ਬਲ ਜਾਈ, ਕੇਸਾ ਗਾਗਰ ਚਵਰ ਢੁਲਾਵਾ, ਚਰਨ ਧੂੜ ਮੁਖ ਲਾਈ। ਕੈਪਟਨ ਹਰਚਰਨ ਸਿੰਘ ਜੀ ਰੋਡੇ, ਵੱਡੇ ਭਰਾਤਾ ਮਹਾਂਪੁਰਖ ਦਮਦਮੀ ਟਕਸਾਲ ਦੀ 14ਵੀਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਇੱਥੇ ਗ੍ਰੇਸ਼ੀਅਨ ਹਸਪੀਟਲ ਆਉਂਦੇ, ਇੱਥੇ ਵੀ ਉਹਨਾਂ ਦੇ ਕੋਲ ਬੈਠਣ ਦਾ ਮੌਕਾ ਮਿਲਦਾ। ਕਿਤੇ ਵੀ ਉਹਨਾਂ ਦੇ ਪਿੰਡ ਵੀ ਸਾਲ ਬਾਅਦ ਮਹੰਤ ਕਿਰਪਾਲ ਸਿੰਘ ਜੀ ਗੁਰਦੁਆਰੇ ਦੀਵਾਨ ਲਾਉਣ ਜਾਈਦਾ, ਉਦੋਂ ਵੀ ਬੈਠਦੇ। ਤੇ ਉਹ ਵੀ ਬਹੁਤ ਪਿਆਰ ਵਾਲੇ, ਬੜੇ ਮਿਲਾਪੜੇ ਸੁਭਾਅ ਵਾਲੇ। ਮੇਰਾ ਸੁਭਾਅ ਹੈ ਤੇ ਕਹਿਣਾ ਕੋਈ ਬਚਨ ਸੁਣਾਓ। ਕਹਿੰਦੇ ਜਦ ਮੈਂ ਫੌਜ ਦੀ ਨੌਕਰੀ ਦੇ ਵਿੱਚ ਸਿਲੈਕਟ ਹੋਇਆ, ਹੌਲੀ ਹੌਲੀ ਕੈਪਟਨ ਬਣ ਗਿਆ, ਤੇ ਸੋਚਣਾ ਵੀ ਆ ਜਰਨੈਲ ਸੋਂ ਨਾ ਤੇ ਪੜ੍ਹਿਆ ਲਿਖਿਆ ਨਾ ਇਹ ਕੋਈ ਕੰਮ ਕਰਦਾ ਹੈ, ਤੇ ਇਹਦਾ ਬਣੂਗਾ ਕੀ। ਕਹਿਣਾ ਜਰਨੈਲ ਸਿੰਘ ਜੀ, ਇਹ ਭਾਈ ਸਾਹਿਬ ਜੀ ਵੇਖ, ਮੈਂ ਪੜ੍ਹ ਲਿਖ ਕੇ ਤੇ ਫੌਜ ਦੀ ਨੌਕਰੀ ਦੇ ਵਿੱਚ ਸਰਕਾਰੀ ਨੌਕਰੀ ਦੇ ਲੱਗ ਗਿਆ। ਵੇਖ ਕਿੰਨੀ ਮੇਰੀ ਤਨਖਾਹ ਹੈ, ਕਿਆ ਸੋਹਣਾ ਗੁਜ਼ਾਰਾ ਚੱਲਦਾ, ਤੇ ਮਹਾਰਾਜ ਨੇ ਕੈਪਟਨ ਨੂੰ ਵੀ ਬਣਾ ਦਿੱਤਾ। ਤੇ ਤੁਸੀਂ ਦੱਸੋ ਵੀ ਤੁਹਾਡੀ ਕਮਾਈ ਕੀ ਆ। ਹੁਣ ਜਿਸ ਬੰਦੇ ਨੇ 700-800 ਰੁਪਈਆ, ਅੱਜ ਕੱਲ੍ਹ ਮਿਸਤਰੀ ਮਜ਼ਦੂਰ ਦੀ ਵੀ ਦਿਹਾੜੀ ਆ, ਆ ਜਿਹੜੇ ਲੇਬਰ ਵਾਲੇ ਨੇ ਨਾ, 700 ਰੁਪਈਆ ਦਿਹਾੜੀ ਤਾਂ ਹਰੇਕ ਬੰਦੇ ਦੀ ਹੈ, ਨਹੀਂ ਤਾਂ 500 ਤੋਂ ਤਾਂ ਕੋਈ ਡਿੱਗਦਾ ਨਹੀਂ। ਤੇ ਜੇ ਕੋਈ ਪੁੱਛਣ ਵਾਲਾ ਪੁੱਛੇ ਵੀ ਤੁਹਾਡੀ ਦਿਹਾੜੀ ਕੀ ਆ, 50 ਰੁਪਏ 100 ਰੁਪਏ 150 ਜਾਂ 200। ਪੁੱਛਣ ਵਾਲੇ ਨੂੰ ਸੰਗ ਨਹੀਂ ਆਉਂਦੀ, ਦੱਸਣ ਲੱਗਿਆ ਬੰਦਾ ਥੋੜਾ ਜਿਹਾ ਸੋਚਦਾ ਵੀ ਇਹਨੂੰ ਕੀ ਦੱਸੀਏ, ਕਿਉਂਕਿ ਦੱਸਣ ਵਾਲੀ ਗੱਲ ਹੀ ਨਹੀਂ ਹੈ। ਤੋ ਦੁਨਿਆਵੀ ਪੁਰਖੇ ਸਵਾਲ ਕਰਦੇ ਨੇ, ਭਾਵੇਂ ਸਕਾ ਪਿਓ ਵੀ ਕਿਉਂ ਨਾ ਹੋਵੇ, ਵੀ ਦੱਸ ਤੇਰੀ ਦਿਹਾੜੀ ਕਿੰਨੀ ਹੈ। ਕਹਿਣ ਤੋਂ ਬਾਅਦ ਵੀ ਇਹ ਜੋ ਮਹਿਕਮਾ ਹੈ ਇਹ ਆਮ ਲੋਕਾਂ ਦੀ ਨਿਗਾਹ 'ਚ ਵਿਹਲਿਆਂ ਦਾ ਹੈ ਤੇ ਨਿਕੰਮਿਆਂ ਦਾ ਹੈ। ਕਹਿੰਦੇ ਨੇ ਵੀ ਬਾਬਾ ਜੀ ਸਾਡਾ ਮੁੰਡਾ ਸਾਡੇ ਆਖੇ ਨਹੀਂ ਲੱਗਦਾ, ਕੋਈ ਕੰਮ ਕਾਰ ਨਹੀਂ ਕਰਦਾ, ਇਹਨੂੰ ਗੁਰਦੁਆਰੇ ਲੈ ਜਾਓ। ਪਰ ਵਾਹਿਗੁਰੂ ਦੀ ਕਿਰਪਾ ਜਿਹਦੇ ਤੇ ਹੋ ਜਾਏ, ਜੋ ਪ੍ਰਾਣੀ ਕਾਹੂ ਨਾ ਆਵਦ ਕਾਮ, ਸੰਤ ਪ੍ਰਸਾਦ ਤਾਂ ਕੋ ਜਪੀਐ ਨਾਮ। ਜਿਹੜਾ ਕੰਮ ਇੱਥੋਂ ਦਾ ਹੈ ਕੋਈ ਆਮ ਦੁਨਿਆਵੀ ਪੁਰਸ਼ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠਣਾ, ਗੁਰਬਾਣੀ ਦਾ ਨਿਤਨੇਮ ਕਰਨਾ, ਸ੍ਰੀ ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ, ਗੁਰਬਾਣੀ ਦਾ ਜਾਪ ਜਪਣਾ। ਸੋ ਵਾਹਿਗੁਰੂ ਨਾਮ ਦੇ ਚਿੱਤ ਦੀ ਬਿਰਤੀ ਨੂੰ ਲਾਉਣਾ, ਘੰਟਿਆਂ ਬੰਦੀ ਚੌਂਕੜਾ ਮਾਰ ਕੇ ਬੈਠੇ ਰਹਿਣਾ। ਪਰ ਆਮ ਦੁਨਿਆਵੀ ਪੁਰਸ਼ ਦੀ ਨਿਗਾਹ 'ਚ ਕੋਈ ਕੰਮ ਨਹੀਂ। ਕਹਿੰਦੇ ਦੱਸ ਤੇਰੀ ਕਮਾਈ ਕੀ ਹੈ। ਤੇ ਮਹਾਂਪੁਰਖ ਜਦ ਸੰਤ ਬਣੇ ਤੇ ਜਿੱਥੇ ਵੀ ਉਹਨਾਂ ਕਥਾ ਕਰਨੀ, ਪ੍ਰਚਾਰ ਕਰਨਾ, ਸੰਗਤਾਂ ਦਾ ਹੜ੍ਹ ਆ ਜਾਣਾ। ਇੱਕ ਵਾਰ ਅੰਮ੍ਰਿਤਸਰ ਸਾਹਿਬ ਕੈਪਟਨ ਸਾਹਿਬ ਕਹਿੰਦੇ ਕਿ ਮੈਂ ਦਰਸ਼ਨ ਕਰਨ ਲਈ ਗਿਆ। ਜਦੋਂ ਸੰਤ ਬਣੇ ਉਦੋਂ ਕਹਿੰਦੇ ਮੈਂ ਖੜਾ ਸੋਚਾਂ ਵੀ ਇਹ ਸਪੀਕਰ 'ਚ ਬੋਲੂਗਾ ਕੀ। ਪੜ੍ਹਿਆ ਲਿਖਿਆ ਤਾਂ ਹੈ ਨਹੀਂ, ਵੀ ਸੰਤ ਦਾ ਸਿੰਘਾਂ ਨੇ ਬਣਾਤਾ, ਚੱਲ ਨਾਮ ਜਪਿਆ, ਵੀ ਬੋਲੂਗਾ ਕੀ। ਪਰ ਜਦ ਕਥਾ ਸੁਣੀ ਰੌਂਗਟੇ ਖੜੇ ਹੋ ਗਏ, ਰੱਤੀ ਪਰ ਵੀ ਜ਼ੁਬਾਨ ਨਹੀਂ ਥਿੜਕੀ। ਇੰਨਾ ਉਹਨਾਂ ਦੀ ਰਸਨ ਦੇ ਵਿੱਚ ਬਲ ਸੀਗਾ, ਲੜੀ ਟੁੱਟਣ ਨਹੀਂ ਸਨ ਦਿੰਦੇ। ਦੁਨਿਆਵੀ ਗੱਲਾਂ ਦੇ ਵਿੱਚ ਕੋਈ ਇੰਟਰਵਿਊ ਵਾਲਾ ਆ ਜਾਂਦਾ, ਉਹ ਹਾਰ ਕੇ 5 ਮਿੰਟਾਂ 'ਚ ਆਉਂਦਾ
ਘਰ ਪੂਰਾ ਕਰ ਦਿੰਦੇ, ਬਹੁਤਾ ਲੰਮਾ ਚੌੜਾ ਨਹੀਂ। ਤੋ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਨੋਟਾਂ ਦਾ ਵੱਡਾ ਸਾਰਾ ਢੇਰ ਲੱਗਾ ਹੋਇਆ ਸੀਗਾ। ਕੈਪਟਨ ਸਾਹਿਬ ਕਹਿੰਦੇ ਜਦ ਮੈਂ ਦਰਸ਼ਨ ਕਰਨ ਗਿਆ, ਜਾ ਕੇ ਸੰਗਤ 'ਚ ਨਮਸਕਾਰ ਕੀਤੀ, ਕਹਿੰਦੇ ਆਓ ਕੈਪਟਨ ਸਾਹਿਬ ਜੀ ਆਇਆ ਨੂੰ। ਉਹਨਾਂ ਦਾ ਚੇਤਾ ਬੜਾ ਸੀਗਾ। ਕਹਿੰਦੇ ਕੈਪਟਨ ਸਾਹਿਬ ਤੁਸੀਂ ਮੈਨੂੰ ਸਵਾਲ ਕੀਤਾ ਸੀਗਾ ਵੀ ਤੇਰੀ ਦਿਹਾੜੀ ਕਿੰਨੀ ਹੈ, ਹੁਣ ਤੂੰ ਦੱਸ ਵੀ ਤੇਰੀ ਮਹੀਨੇ ਦੀ ਤਨਖਾਹ ਕਿੰਨੀ ਹੈ, ਦੱਸ ਕਿੰਨੀ ਆ ਤਨਖਾਹ। ਕਿਆ ਪੈਸੇ ਗਿਣ ਲਾ, ਜਿੰਨੀ ਤੇਰੀ ਮਹੀਨੇ ਦੀ ਤਨਖਾਹ ਓਨੀ ਆ ਹੁਣ ਨਿਕਲੂਗੀ, ਜੇ ਘੱਟ ਹੋਇਆ ਤਾਂ ਦੱਸੋ। ਇੱਕ ਦਿਨ ਦੀ ਇਹ ਵੇਖ ਲਾ ਕਿੰਨੀ ਮਾਇਆ ਹੈ। ਇਹ ਗੁਰੂ ਘਰ ਦੀ ਨੌਕਰੀ ਹੈ ਤੇ ਮਹਾਰਾਜ ਦਾ ਬਚਨ ਹੈ, ਰਿੱਧ ਸਿੱਧ ਨਾਮ ਹੈ ਕੀ ਦਾਸੀ। ਰਿੱਧੀਆਂ ਤੇ ਸਿੱਧੀਆਂ ਮਹਾਰਾਜ ਦੇ ਨਾਮ ਦੀਆਂ ਦਾਸੀਆਂ ਨੇ। ਸੋ ਜਿਹੜਾ ਚਿੱਤ ਲਾ ਕੇ ਸਿਮਰਨ ਕਰਦਾ, ਗੁਰਬਾਣੀ ਦਾ ਪਾਠ ਪੂਜਨ ਕਰਦਾ, ਸੰਗਤਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੰਦੀਆਂ ਤੇ ਉਹ ਵੀ ਰੱਬ ਦੇ ਪਿਆਰ ਵਾਲੇ ਸੰਗਤਾਂ ਦੇ ਵਿੱਚ ਵਰਤਦੇ ਨੇ। ਤੋ ਇਸ ਵਾਸਤੇ ਇਹ ਮਹਾਰਾਜ ਜਿਹੜਾ ਤੇਰਾ ਦਰਬਾਰ ਹੈ, ਦੁਨੀਆ ਦੇ ਦਰਬਾਰਾਂ ਨੇ ਤੇਰੇ ਦਰਬਾਰ ਦੀ ਕੀ ਬਰਾਬਰੀ ਕਰ ਲੈਣੀ ਹੋਈ। ਨਿਹੰਗ ਸਿੰਘ ਦੀ ਬੋਝੀ 'ਚ ਭਾਵੇਂ ਰੁਪਈਆ ਨਾ ਹੋਵੇ, ਪਰ ਫਿਰ ਵੀ ਵੇਖੋ ਜਕਾਰੇ ਛੱਡਦਾ, ਕਿਉਂਕਿ ਸ਼ਹਿਨਸ਼ਾਹ ਦਾ ਪੁੱਤ ਸ਼ਹਿਨਸ਼ਾਹ ਹੁੰਦਾ ਹੈ। ਇੱਥੇ ਗਰੀਬ ਦਾ ਕੋਈ ਕੰਮ ਨਹੀਂ, ਇੱਥੇ ਤਾਂ ਅਮੀਰਾਂ ਦਾ ਕੰਮ ਹੈ। ਜਿੰਨਾ ਵੱਡਾ ਤੇਰਾ ਦਰਬਾਰ ਹੈ, ਉਨੇ ਵੱਡੇ ਤੇਰੇ ਸਿੱਖ ਨੇ, ਉਨੀ ਵੱਡੀ ਤੇਰੀ ਸਾਧ ਸੰਗਤ ਹੈ। ਤੁਧ ਤਖਤ ਹਰ ਹਿਰਦੇ ਵਿੱਚ ਨਿਸ਼ਚਾ ਹੋਣ ਰੂਪ ਤਖਤ ਵੀ ਤੇਰਾ ਸੱਚਾ ਹੈ। ਸ੍ਰੀ ਅਕਾਲ ਤਖਤ ਵੀ ਕਹਿੰਦੇ ਮੈਂ ਤਾਂ ਨਹੀਂ ਮੰਨਦਾ। ਸਾਧ ਸੰਗਤ ਜੀਓ, ਸ੍ਰੀ ਅਕਾਲ ਤਖਤ ਸਾਹਿਬ 6ਵੇਂ ਪਾਤਸ਼ਾਹ ਜੀ ਦਾ ਪਾਵਨ ਸਥਾਨ ਹੈ ਤੇ ਜਿਹੜਾ ਵੀ ਉੱਥੇ ਕੋਈ ਸੇਵਾ ਨਿਭਾਉਂਦਾ ਗੁਰੂ ਦੀ ਕਿਰਪਾ ਵਾਲਾ ਹੀ ਹੈ। ਇਸ ਲਈ ਜੇ ਸਾਡੇ ਬੱਚੇ ਗੁਰਦੁਆਰੇ ਨੂੰ ਨਹੀਂ ਮੰਨਣਗੇ ਤਾਂ ਕਿਸੇ ਦੁਨਿਆਵੀ ਪੁਰਖ ਦੇ ਪਿੱਛੇ ਜਾਣਗੇ, ਕੋਈ ਚੰਗੀ ਬਾਤ ਥੋੜੋ। ਆਪਦੇ ਧਰਮ ਦੇ ਅੰਡਰ ਰਹਿਣਾ ਚਾਹੀਦਾ। ਗੁਰੂ ਘਰ ਦੇ 5 ਤਖਤ ਹਨ, ਜਾਂ ਜਿੱਥੇ ਗੁਰੂ ਸਾਹਿਬ ਦਾ ਪਾਵਨ ਪ੍ਰਕਾਸ਼ ਹੈ ਉਹੀ ਸਾਡੇ ਲਈ ਤਖਤ ਹੈ, ਔਰ ਉਹਨੂੰ ਮੰਨਣਾ ਪੂਜਣਾ ਸਿੱਖ ਦਾ ਧਰਮ ਹੈ। ਇਸੇ ਪ੍ਰਕਾਰ ਸੱਚਾ ਵੱਡਾ ਤੇਰਾ ਦਰਬਾਰ, ਤੇਰਾ ਬੈਕੁੰਠ ਜਾਂ ਸੱਚਖੰਡ ਉਹ ਦਰਬਾਰ ਵੀ ਵੱਡਾ ਹੈ। ਜਾ ਤੁਧ ਤਖਤ ਔਰ ਸਾਧ ਸੰਗ ਰੂਪ ਤਖਤ ਵੀ ਸੱਚਾ ਹੈ। ਜਾਂ ਅੰਤःਕਰਨ ਦਾ ਦੇਵੀ ਸੰਪਦਾ ਬ੍ਰਹਮ ਗਿਆਨ ਦੇ ਸਹਿਤ ਹੋਣ ਰੂਪ ਤਖਤ ਵੀ ਸੱਚਾ ਹੈ। ਇਸੇ ਪ੍ਰਕਾਰ ਵੱਡਾ ਤੇਰਾ ਦਰਬਾਰ, ਤੇਰਾ ਸਰੂਪ ਰੂਪੀ ਦਰਬਾਰ ਇਹ ਵੱਡਾ ਤ੍ਰੈ ਕਾਲ ਆਬਾਦ ਰੂਪ ਹੈ। ਭਾਵ ਤਿੰਨਾਂ ਕਾਲਾਂ ਵਿੱਚ ਨਾਸ਼ ਹੋਣ ਵਾਲਾ ਨਹੀਂ ਹੈ। ਜਾ ਤੁਧ ਤਖਤ ਅਤੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਗਿਆਨ ਰੂਪ ਤਖਤ ਵੀ ਸੱਚਾ ਹੈ। ਸਿਰ ਸਾਹਾ ਪਾਤਿ ਸਾਹ, ਹੇ ਪਰਮੇਸ਼ਰ ਤੂੰ ਕੁਬੇਰ ਭੰਡਾਰੀ ਆਦਿਕ ਸ਼ਾਹੂਕਾਰਾਂ ਦੇਵਤਿਆਂ ਦਾ ਜਿਹੜਾ ਭੰਡਾਰੀ ਹੈ, ਸ਼ਾਹੂਕਾਰ ਹੈ, ਕੁਬੇਰ ਮੰਨਿਆ ਕੁਬੇਰ। ਉਹਨਾਂ ਤੋਂ ਵੀ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਿਹੜੇ ਸੰਸਾਰ ਨੂੰ ਕਹਿੰਦੇ ਬਣਾਉਂਦੇ ਨੇ, ਪਾਲਦੇ ਨੇ, ਸੰਘਾਰ ਕਰਦੇ, ਇਹਨਾਂ ਪਾਤਸ਼ਾਹਾਂ ਤੋਂ ਵੀ ਤੂੰ ਸ਼੍ਰੋਮਣੀ ਪਾਤਸ਼ਾਹ ਹੈ। ਨਹੀਂ ਚੱਲ ਚੌਰ ਛੱਤ, ਔਰ ਤੇਰਾ ਹੁਕਮ ਰੂਪੀ ਚਵਰ, ਚੌਰ ਤੇ ਜਸ ਰੂਪੀ ਛਤਰ ਇਹ ਚੱਲ ਰਹਿਣ ਵਾਲਾ ਹੈ। ਇਹ ਜਸ ਰੂਪੀ ਚੌਰ ਤੇ ਅਪਰੋਖ ਗਿਆਨ ਰੂਪੀ ਛਤਰ ਅਚਲ ਰਹਿਣ ਵਾਲਾ ਹੈ। ਜੋ ਭਾਵੈ ਪਾਰ ਬ੍ਰਹਮ, ਇਹ ਪੁੰਨਾਂ ਦੇ ਪਾਪਾਂ ਤੋਂ ਪਰੇ ਵਿਆਪਕ ਪਰਮਾਤਮਾ ਜਿਹੜਾ ਕੁਝ ਤੈਨੂੰ ਪਾਉਂਦਾ ਹੈ। ਸੋਈ ਸੱਚ ਨਿਆਵ, ਉਹੀ ਸਾਡੇ ਲਈ ਸੱਚਾ ਇਨਸਾਫ ਹੈ, ਜਾਂ ਉਹੀ ਤੇਰੇ ਸੱਚ ਸਰੂਪ ਦੀ ਪ੍ਰਾਪਤੀ ਦਾ ਨਿਉ ਨਿਰਣਾ ਹੈ। ਜੇ ਭਾਵੈ ਪਾਰ ਬ੍ਰਹਮ, ਇਹ ਪੁੰਨਾਂ ਦੇ ਪਾਪਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਪਰਮੇਸ਼ਰ
ਜੋ ਤੈਨੂੰ ਚੰਗਾ ਲੱਗ ਜਾਂਦਾ ਹੈ। ਥਾਵੇ ਮਿਲੈ ਥਾ ਉਸ ਥਾਹੀਣੇ ਪੁਰਖ ਨੂੰ ਤੇਰਾ ਸੱਚਖੰਡ ਸਰੂਪ ਰੂਪੀ ਥਾਂ ਪ੍ਰਾਪਤ ਹੋ ਜਾਂਦਾ ਹੈ। ਜਦ ਕਮਲੀ ਜੁਲਾਈ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ 3 ਅੱਖਰਾਂ ਵਾਲਾ ਨਾਮ ਦੇ ਨੇ, ਸ੍ਰੀ ਗੁਰੂ ਅਮਰਦਾਸ ਮਹਾਰਾਜ 5 ਅੱਖਰਾਂ ਵਾਲਾ, ਪਰ ਉਹਨੇ ਐੜਾ ਮੰਮਾ ਤੇ ਰਾਰਾ 3 ਅੱਖਰਾਂ ਵਾਲਾ ਛੋਟਾ ਨਾਮ ਲਿਆ। ਤੇ ਛੋਟਾ ਨਾਮ ਲੈ ਕੇ ਕਹਿਣ ਲੱਗੀ ਵੀ ਇਹ ਉਹੀ ਨਥਾਵੇਂ ਹਨ। ਬਿਜਲੀ ਜੂ ਚਮਕੀ, ਜਲਾਇਆ ਕਹਿਣ ਲੱਗਾ ਕੌਣ ਡਿੱਗਿਆ ਹੈ? ਤੇ ਚਮਕਦੀ ਬਿਜਲੀ ਦੇ ਲਿਸ਼ਕਾਰੇ 'ਚ ਗੁਰੂ ਸਾਹਿਬ ਦਾ ਪਾਵਨ ਸਰੂਪ ਦਿਸਿਆ। ਤੇ ਜਲਾਈ ਬੋਲ ਉੱਠੀ, ਕਹਿੰਦੀ ਵੀ ਇਹ ਤਾਂ ਉਹ 3 ਅੱਖਰਾਂ ਵਾਲਾ ਨਾਮ ਲੈ ਕੇ ਕਹਿੰਦੀ ਇਹ ਤਾਂ ਉਹੀ ਨਥਾਵਾਂ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਹੇ ਕਮਲੀਏ ਜਲਾਈਏ, ਮੈਂ ਨਥਾਵਾਂ ਤੋੜਾਂ, ਮੇਰੇ ਨਥਾਵਿਆਂ ਦੇ ਥਾਮ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਤੂੰ ਇਹ ਗੱਲ ਕਾਹਦੀ ਕਰਤੀ? ਸੰਭਲ ਕੇ ਬੋਲੀਦਾ। ਬਜ਼ੁਰਗ ਬੰਦੇ ਨੂੰ ਤਾਂ ਉਵੇਂ ਨਹੀਂ ਮਖੌਲ ਕਰੀਦਾ। ਬੁੱਢਾ ਬੰਦਾ ਹੈ ਜੀ, ਉਹ ਡਿੱਗ ਪਿਆ, ਉਹਨੂੰ ਚੁੱਕੋ ਉੱਠ ਕੇ, ਕਮਲੀ ਉਹਦੇ ਚੱਲਿਓ। ਤੁਹਾਡੇ ਘਰ ਅੱਗੇ ਬੰਦਾ ਡਿੱਗਿਆ, ਕਿਤੇ ਹੋਰ ਡਿੱਗਿਆ ਹੋਵੇ ਉੱਥੇ ਤਾਂ ਜਾਣੋ ਰਹੇ, ਤੁਹਾਡੇ ਘਰ ਦੇ ਸਾਹਮਣੇ ਬੰਦਾ ਡਿੱਗਿਆ, ਉਹਨੂੰ ਚੁੱਕੋ, ਉਹਦੇ ਨਾਲ ਸਹਿਮਤੀ ਪ੍ਰਗਟਾਓ, ਉਹਦਾ ਖਿਆਲ ਕਰੋ ਵੀ ਉਹਨੂੰ ਸੱਟ ਪੇਟ ਤਾਂ ਨਹੀਂ ਲੱਗੀ, ਉਹਦੀ ਮਦਦ ਕਰੋ। ਉਲਟਾ ਅਗਲੇ ਦਾ ਮਖੌਲ, ਉਹਦੀ ਖਿੱਲੀ ਉਡਾਉਣੀ, ਇਹ ਕੋਈ ਬੰਦਿਆਂ ਵਾਲਾ ਕੰਮ ਥੋੜੋ। ਫਿਰ ਝੱਲਿਆਂ ਕਮਲਿਆਂ ਵਾਲਾ ਹੀ ਆ, ਫਿਰ ਉਹ ਕਮਲੀ ਹੋਈ ਸੀਗੀ। ਤੇ ਇਸ ਵਾਸਤੇ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ, ਕਿਉਂਕਿ ਉਹਨਾਂ ਆਪ ਹੀ ਆ ਕੇ ਸਾਰੀ ਆਪਦੀ ਕਰਤੂਤ ਦੱਸ ਦਿੱਤੀ, ਮਾਰੇ ਕਹਿੰਦੇ ਫਿਰ ਹੁਣ ਚੰਗਾ, ਇਹ ਝੱਲੀ ਤਾਂ ਠੀਕ ਹੋਏਗੀ ਜੇ ਤੁਸੀਂ ਘਰ ਛੱਡ ਦਿਓਗੇ, ਉੱਥੇ ਗੁਰਦੁਆਰਾ ਖੱਡੀ ਸਾਹਿਬ ਬਣਨਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪਾਵਨ ਸਥਾਨ ਹੋਵੇਗਾ, ਜਿੱਥੇ ਗੁਰੂ ਸਾਹਿਬ ਦੇ ਚਰਨ ਲੱਗੇ ਨੇ। ਇਹ ਗੁਰਦੁਆਰਾ ਹੋਏਗਾ, ਆਪਦਾ ਘਰ ਕਿਤੇ ਬਾਹਰ ਦੂਰ ਚਲੇ ਜਾਓ, ਉੱਥੇ ਬਣਾਓ, ਤਾਂ ਇਹ ਠੀਕ ਹੋਊਗੀ। ਕਿਉਂਕਿ ਇੱਥੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਇਹ ਜਗ੍ਹਾ ਤੁਹਾਨੂੰ ਛੱਡਣੀ ਪਏਗੀ। ਕਹਿੰਦੇ 7 ਬਚਨ ਜੀ। ਉਹ ਜਲਾਇਆ, ਆਪਦੀ ਜਲਾਈ ਨੂੰ ਲੈ ਕੇ ਤਿੱਤਰ ਹੋਇਆ। ਤੇ ਮਗਰੋਂ ਮਹਾਰਾਜ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ 12 ਵਰ ਦਿੱਤੇ। ਉਹ 12 ਦੇ 12 ਵਰ ਜਿਹੜੇ ਗੁਰਦੁਆਰਾ ਖੱਡੀ ਸਾਹਿਬ ਤੋਂ ਹੇਠਾਂ ਸੜਕ ਜਾਂਦੀ ਹੈ, ਉਹਦੇ ਨਾਲ ਹੀ ਗੁਰਦੁਆਰਾ ਮੱਲ ਅਖਾੜਾ ਹੈ। ਮੱਲ ਅਖਾੜੇ ਦੇ ਅੰਦਰ ਜਦ ਐਂਟਰ ਕਰੀਏ, ਉਹ ਗੇਟ ਦੇ ਉੱਪਰ ਪੱਥਰ ਦੇ ਵਿੱਚ ਉਕਰੇ ਹੋਏ ਨੇ 12 ਦੇ 12 ਵਰ। ਸ੍ਰੀ ਗੁਰੂ ਅਮਰਦਾਸ ਜੀ, ਤੁਸੀਂ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਇੰਜ 12 ਵਰ ਦਿੱਤੇ। ਸੋ ਹੇ ਪਾਰ ਬ੍ਰਹਮ ਪਰਮੇਸ਼ਰ, ਜੇ ਤੈਨੂੰ ਚੰਗਾ ਲੱਗ ਜਾਏ ਤਾਂ ਥਾਂ ਤੋਂ ਹੀਣੇ ਪੁਰਖ ਨੂੰ ਤੇਰਾ ਸੱਚਖੰਡ ਸਰੂਪ ਰੂਪੀ ਥਾਂ ਮਿਲੇ, ਪ੍ਰਾਪਤ ਹੋ ਜਾਂਦਾ। ਇਹ ਸੀਟ ਇੱਥੇ ਬੁੱਕ ਹੋ ਜਾਂਦੀ ਹੈ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਖਾਲਸਾ ਜੀ, ਉਹ ਆਮ ਬਚਨ ਕਰਿਆ ਕਰਦੇ, ਮੇਰਾ ਸੁਭਾਅ ਕੁਛ ਖਰਵਾ ਤੇ ਕ੍ਰੋਧੀ ਹੈ। ਹਰੇਕ ਬੰਦੇ 'ਚ ਕੋਈ ਨਾ ਕੋਈ ਔਗਣ ਹੁੰਦਾ ਹੈ, ਨਹੀਂ ਤਾਂ ਫਿਰ ਬੰਦਾ ਭਗਵਾਨ ਹੀ ਬਣ ਜਾਏ। ਤੇ ਮੈਂ ਝੱਟ ਹੀ ਲੜ ਪੈਣਾ ਤੇ ਝੜਕਾਂ ਦੇਣ ਲੱਗ ਪੈਣੀਆਂ। ਬਾਬਾ ਜੀ ਨੇ ਕਹਿਣਾ, ਗਿਆਨੀ ਜੀ ਇਹ ਨਿਆਣੇ ਨੇ, ਇਹਨਾਂ ਦੇ ਗੁੱਸੇ ਨਾ ਹੋਇਆ ਕਰ। ਤੇ ਬੇਨਤੀ ਕਰਨੀ ਜੀ, ਆ ਵੇਖੋ ਭਾਂਡੇ ਸੁੱਟ ਕੇ ਚਲੇ ਗਏ, ਬੰਦਾ ਆਪਦੇ ਭਾਂਡੇ ਆਪ ਤਾਂ ਚੁੱਕੇ। ਖਰਬੂਜਾ ਖਾਧਾ ਛਿਲਣਾ ਪੈਰਾਂ 'ਚ, ਇਹਨਾਂ ਨੂੰ ਸਮਝਾਓ। ਕਹਿੰਦੇ ਉਹ ਜਾਣੇ ਨਿਆਣੇ ਨੇ, ਤੇ ਤੂੰ ਗੁੱਸਾ ਨਾ ਕਰਿਆ ਕਰ। ਇਹ ਮਹਾਰਾਜ ਦੇ ਸਿੰਘ ਨੇ, ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਹੈ। ਤੇ ਨਿਆਣੇ ਤਾਂ ਨਿਆਣੇ ਹੀ ਹੁੰਦੇ ਨੇ। ਮੈਨੂੰ ਯਾਦ ਹੈ, ਮੈਂ ਲਾਗੇ ਖੜਾ ਸੀਗਾ ਉੱਪਰਲੀ ਮੰਜ਼ਿਲ ਦੇ, ਤੇ ਮਹਾਂਪੁਰਖ ਆਪ ਦੇ ਪਿਆਰ ਤੇ ਵਜਦ ਦੇ ਵਿੱਚ ਬਾਣੀ ਦੇ ਸਰੂਰ 'ਚ ਹੇਠਾਂ ਦੇਖ ਰਹੇ ਸੀ। ਕੋਈ ਪ੍ਰੇਮੀ ਆਇਆ, ਗੰਨਿਆਂ ਦੀ ਭਰੀ ਹੋਈ ਟਰਾਲੀ ਉੱਥੇ ਖਿਲਾਰ ਗਿਆ ਵੀ ਇਹ ਸਾਡੇ ਨਿਆਣਿਆਂ ਵਰਗੇ ਹੀ ਨੇ। ਸਾਡੇ ਨਿਆਣੇ ਵੀ ਮੰਗਦੇ ਨੇ ਵੀ ਸਾਨੂੰ ਗੰਨੇ ਦਿਓ ਜੀ, ਛੱਲੀਆਂ ਦਿਓ ਜੀ।
ਕਿਤੇ ਨਾਭਾ ਸਾਹਿਬ ਜਥਾ ਆਉਣਾ, ਕਿਸੇ ਨੇ ਖਰਬੂਜੇ ਸੁੱਟ ਜਾਣੇ, ਕਿਸੇ ਨੇ ਮਤੀਰੇ ਸੁੱਟ ਜਾਣੇ, ਹਦਵਾਣੇ। ਤੇ ਨਿਆਣਿਆਂ ਦਾ ਕੰਮ ਕੀ, ਅੱਧੇ ਖਾਧੇ ਅੱਧੇ ਸੁੱਟ ਕੇ ਇੱਧਰ ਉੱਧਰ। ਮਹਿਤੇ ਸਾਹਿਬ ਵੀ ਮੈਨੂੰ ਯਾਦ ਹੈ ਵੀ ਭਜੰਗੀ ਆਏ, ਉਹਨਾਂ ਤੋਂ ਉਦੋਂ ਬੁਰੇ ਹਾਲ ਕਰ ਦਿੱਤੇ ਟਰਾਲੀ ਦੇ। 4 ਸਵੇਰੇ ਮਰ ਖੋਰੀ ਖਿਲਰੀ, ਉਹ ਜਿੱਥੇ ਚੁੱਕਣ ਉੱਥੇ ਛੱਲਣਾ ਸੁੱਟ ਦੇਣ। ਕਦੇ ਕਸ਼ਹਿਰਾ ਡਿੱਗਿਆ ਪਿਆ, ਕਦੇ ਚਬਲ, ਕਦੇ ਕੁਛ। ਨਗਰ ਦਾ ਕੋਈ ਮੋਹਤਬਾਰ ਆਇਆ ਮਹਾਂਪੁਰਖਾਂ ਦੇ ਕੋਲ, ਮਲਕੜੇ ਜੀ, ਕਹਿਣ ਲੱਗੇ ਵੇਖੋ ਬਾਬਾ ਜੀ ਕੀ ਹਾਲ ਬਣਾਇਆ ਪਿਆ, ਇਹਨਾਂ ਨੂੰ ਸਮਝਾਉਂਦੇ ਕਿਉਂ ਨਹੀਂ? ਕਹਿੰਦੇ ਕੀ ਹੋਇਆ? ਕਹਿੰਦੇ ਵੇਖੋ ਕਿੰਨਾ ਖਲਾਰਾ ਪਾਇਆ ਪਿਆ। ਕਹਿੰਦੇ ਅੱਛਾ। ਜਿਸ ਤਰ੍ਹਾਂ ਮਾਂ ਦਾ ਸੁਭਾਅ ਹੁੰਦਾ, ਮੈਂ ਮਹਾਂਪੁਰਖਾਂ ਦਾ ਸੁਭਾਅ ਐਸਾ ਤੱਕਿਆ। ਘਰ ਦੇ ਵਿੱਚ ਜਿਹੜੇ ਬੱਚੇ ਨੇ, ਬੱਚਿਆਂ ਲਈ ਘਰ ਦੇ ਵਿੱਚ ਤਾਂ ਰੌਲਾ ਵੀ ਪਏਗਾ ਤੇ ਖਲਾਰਾ ਵੀ ਹੋਊਗਾ। ਜਿੱਥੇ ਨਿਆਣਾ ਹੀ ਕੋਈ ਨਹੀਂ, ਇਕੱਲਾ ਬੈਠਾ ਕਾਵਾਂ ਦਾ ਘਰ ਵੇਖਦਾ ਰਹੇ, ਛੱਤ ਦੇ ਬਾਲੇ ਗਣੀ ਜਾਏ ਤੇ ਉੱਲੂ ਵਾਂਗ ਵੇਖੀ ਜਾਏ, ਉਹ ਕੰਮ ਥੋੜ੍ਹਾ। ਜਿੱਥੇ ਰੌਣਕ ਹੈ, ਜਿੱਥੇ ਬੰਦੇ ਰਹਿੰਦੇ ਨੇ, ਉੱਥੇ ਸਭ ਕੁਛ ਹੀ ਆ। ਮਹਾਂਪੁਰਖਾਂ ਕਹਿੰਦੇ ਹਾਂਜੀ 7 ਬਚਨ ਕਹਿੰਦੀਆਂ, ਕੋਈ ਨਹੀਂ ਸਮਝਾਉਂਦੇ। ਮਾੜਾ ਜਿਹਾ ਉਹਨੇ ਪਿੱਠ ਕੀਤੀ, ਅੱਗੇ ਨੂੰ ਗਿਆ, ਕਹਿੰਦੀ ਲਓ ਵੇਖ ਲਓ ਦੁਨੀਆ ਦਾ ਕੰਮ। ਇਹ ਤੈਨੂੰ ਕੀ, ਤੂੰ ਆਪਦੇ ਘਰ ਨੂੰ ਜਾ, ਤੁਹਾਡੇ ਵੀ ਤਾਂ ਨਿਆਣੇ ਨੇ, ਸਾਡੇ ਬੱਚੇ ਨੇ। ਮੈਂ ਸੁਣ ਕੇ ਹੈਰਾਨ ਰਹਿ ਗਿਆ ਵੀ ਕਿੱਡੀ ਉੱਚੀ ਤੇ ਸੁੱਚੀ ਸੋਚ ਹੈ। ਕਹਿੰਦੇ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀ, ਇਹ ਜਿਹੜੀ ਟਕਸਾਲ ਹੈ, ਦਮਦਮੀ ਟਕਸਾਲ, ਇਹ ਸਾਧ ਸੰਗਤ ਦਾ ਹੀ ਰੂਪ ਹੈ। ਜਿਸ ਤਰ੍ਹਾਂ ਤੁਸੀਂ ਗੁਰਦੁਆਰੇ ਸਾਹਿਬ ਆ ਕੇ ਬੈਠਦੇ ਹੋ, ਕਾਹਦੇ ਲਈ ਬੈਠਦੇ ਹੋ? ਕਿ ਘਰ ਦੇ ਮਾਹੌਲ ਤੋਂ ਅਲੱਗ ਵਾਤਾਵਰਨ, ਜਿਹਦੇ ਵਿੱਚ ਪ੍ਰਭੂ ਨਾਲ ਜੁੜਨ ਦੀਆਂ ਫੀਲਿੰਗਸ ਹੁੰਦੀਆਂ। ਟਕਸਾਲ ਇੱਕ ਇਹੋ ਜਿਹੀ ਸੰਸਥਾ ਹੈ ਜਿਹਦੇ ਵਿੱਚ 24 ਘੰਟੇ 24 ਆਵਰ 8 ਪਹਿਰ ਚਿੱਤ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ। ਮਹਾਂਪੁਰਖਾਂ ਦੇ ਦਰਸ਼ਨ, ਗੁਰਬਾਣੀ ਦੀ ਸੰਥਿਆ, ਪਠਨ ਪਾਠਨ, ਸੇਵਾ, ਸਿਮਰਨ, ਸਾਧ ਸੰਗਤ, ਸਵੇਰ ਸ਼ਾਮ ਕਥਾ ਕੀਰਤਨ, ਵਾਜਾ ਵਜਾਓ, ਜੋੜੀ, ਸਭ ਨਾਮ ਹੀ ਹੈ। ਤੇ ਇਸ ਲਈ ਕਹਿੰਦੇ ਇੱਥੇ ਜਗ੍ਹਾ ਉਹਨੂੰ ਮਿਲਦੀ ਹੈ ਜੋ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਆਨੰਦਪੁਰ ਸਾਹਿਬ ਰਿਹਾ ਹੋਵੇ, ਵਿਚਰਿਆ ਹੋਵੇ। ਇਹ ਸਾਰੀ ਫੌਜ ਪੁਰਾਣੀ ਫੌਜ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਤੇ ਸੰਤ ਕਰਤਾਰ ਸੋ ਹੋਣੀ ਖਾਲਸਾ ਪਿੰਡਾਂ ਵਾਲੇ ਕਿਹਾ, ਕਹਿੰਦੇ ਸਿੰਘੋ ਬਾਣੀ ਪੜੋ। ਜਿਸ ਬੰਦੇ ਨੂੰ ਜਾਪ ਸਾਹਿਬ ਨਹੀਂ ਆਉਂਦਾ, ਉਹ ਬੰਦਾ ਕਾਹਦਾ? ਬੰਦੇ ਦੀ ਜੂਨ ਹੀ ਨਹੀਂ। ਮਹਾਂਪੁਰਖ ਸਮਝਾਉਂਦੇ ਹੁੰਦੇ ਨਾ, ਜਿਸ ਤਰ੍ਹਾਂ ਬੱਚਿਆਂ ਨੂੰ ਝਿੜਕ ਦੇਈਦੀ, ਤਾੜਨਾ ਕਰਕੇ ਸਮਝਾਈਦਾ। ਇਹ ਬਚਨ ਵਿਦਿਆਰਥੀਆਂ ਨੂੰ ਦੱਸਦੇ ਕਿ ਸਿੰਘੋ ਜਾਪ ਸਾਹਿਬ ਯਾਦ ਕਰ ਲਓ, ਇਹੀ ਤੁਹਾਡੀ ਨਿਸ਼ਾਨੀ ਹੈ ਬੰਦਿਆਂ ਦੀ। ਜਿਹਨੂੰ ਯਾਦ ਨਹੀਂ ਹੁੰਦਾ ਸਮਝ ਲਓ ਕੁੱਤਿਆਂ ਬਿੱਲਿਆਂ ਦੀ ਜੂਨ ਜੋ ਆਇਆ। ਕਹਿਣ ਦਾ ਭਾਵ ਇਸ ਤਰ੍ਹਾਂ ਝਿੜਕ ਦੇ ਕੇ, ਤਰਕ ਕਰਕੇ ਤੇ ਨਿਆਣਿਆਂ ਨੂੰ ਜਾਪ ਸਾਹਿਬ ਸਿਖਾਉਂਦੇ। ਤੇ ਮੰਮੀ ਜ਼ੋਰ ਜ਼ਾਰ ਲਾ ਕੇ ਫਿਰ ਕਰ ਲਿਆ ਯਾਦ ਵੀ ਬੰਦੇ ਦੀ ਜੂਨ 'ਚ ਤਾਂ ਬਈਏ, ਸੰਤਾਂ ਦੇ ਬਚਨ ਤਾਂ ਮੰਨੋ ਭਾਈ। ਤੇ ਇਸ ਵਾਸਤੇ ਇਹ ਜਿਹੜੀ ਸਾਧ ਸੰਗਤ ਹੈ, ਇਹਦੇ 'ਚ ਬੈਠਣਾ ਆਮ ਬੰਦੇ ਦਾ ਕੰਮ ਨਹੀਂ ਹੈ। ਕਿੱਡੇ ਕਿੱਡੇ ਵੱਡੇ ਗੁਰਦੁਆਰੇ ਹੁੰਦੇ ਨੇ, ਕਿੰਨਾ ਪ੍ਰਬੰਧ ਹੁੰਦਾ, ਤੇ ਫਿਰ ਵੀ ਲੋਕਾਂ ਨੂੰ ਇਸ਼ਤਿਹਾਰ ਲਾ ਕੇ ਅਨਾਉਂਸਮੈਂਟਾਂ ਕਰਕੇ ਬੁਲਾਈਦਾ, ਕਿਉਂਕਿ ਜਗ੍ਹਾ ਜੋ ਵੱਡੀ ਹੈ। ਪਰਮਾਤਮਾ ਦੀ ਕਿਰਪਾ ਤੋਂ ਬਗੈਰ ਬੰਦਾ ਆ ਹੀ ਨਹੀਂ ਸਕਦਾ। ਲੋਕਾਂ ਦਾ ਕੋਈ ਇਸ਼ਤਿਹਾਰ ਨਹੀਂ ਹੈ, ਕੋਈ ਐਡਵਰਟਾਈਜ਼ਮੈਂਟ ਨਹੀਂ ਹੈ, ਫਿਰ ਵੀ ਰੇਲ ਗੱਡੀਆਂ ਭਰੀਆਂ ਜਾਂਦੀਆਂ ਨੇ ਬਿਆਸ ਨੂੰ ਤੜਾ ਤੜ। ਤੋ ਇਸ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਵਾਲਾ ਸੱਚੇ ਪਾਤਸ਼ਾਹ ਦੇ ਦਰ ਵਿੱਚ ਆਉਂਦਾ ਹੈ। ਇਹ ਪਾਤਸ਼ਾਹ ਦਾ ਦਰ ਹੈ। ਇਹਦੇ ਵਿੱਚ ਜੇ ਭਾਵੈ ਪਾਰ ਬ੍ਰਹਮ ਨੇ ਥਾਵੇਂ ਮਿਲੈ ਥਾਉ, ਜਿਹਨੂੰ ਕੋਈ ਵੀ ਥਾਂ ਨਹੀਂ, ਉਹਨਾਂ ਨੇ ਥਾਵਿਆਂ ਦਾ ਇਹ ਥਾਮ ਹੈ, ਉਹਨਾਂ ਨਿਮਾਣਿਆਂ ਦਾ ਇਹ ਮਾਣ ਹੈ। ਗੁਰੂ ਘਰ ਆ ਗਿਆ ਤੇ ਗੁਰੂ ਸਾਹਿਬ ਦੀ ਸਮਝ ਲਓ ਕਿਰਪਾ ਹੋ ਗਈ। ਇੱਕ ਛੋਟਾ ਜਿਹਾ ਬੱਚਾ ਮੁਕਤਸਰ ਸਾਹਿਬ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਕੋਲ ਆਇਆ, ਮੱਥਾ ਟੇਕਿਆ, ਫਤਿਹ ਬੁਲਾਈ। ਆਖਿਆ ਬਾਬਾ ਜੀ ਮੈਨੂੰ ਆਪਦੇ ਚਰਨਾਂ ਵਿੱਚ ਜਗ੍ਹਾ ਦਿਓ, ਯਾਨੀ ਟਕਸਾਲ 'ਚ ਰੱਖ ਲਓ।
कहते क्यों भाई? कहते मेरी माँ मर गई है। कहते हैं वाहिगुरु वाहिगुरु, इधर आ। उन्होंने जफी च लै लिया। उन्होंने सुभाव बड़ा मिलापड़ा ते हसमुख सीगा। कहते अज तू ये गल कर दी भी मेरी माँ मर गई है, अज तो बाद तेनू सौं लगे भी जे तू गल करें भी मेरी माँ मर गई है, ये गल कदी नहीं कहनी। मेरी माँ ते तेरी माँ, आपां गुर भाई हाँ, एक पिता एक सके हम बारक, तू मेरा गुर हाई, तू मेरा गुर भाई है। क्योंकि मेरा ते तेरा प्यो, मेरी माँ ते तेरी माँ एक है। अकाल पुरख सारियां दा सांझा पिता ते गुरु गोबिंद सिंह साडे धर्म दे मां प्यो ने। अज तो बाद ये कहना भी मेरी माता माता साहब दी मां कौन है? चल अमर छक, जिहड़ी चीज़ चाहिदी मैनू दस, लीड़ा कपड़ा रोटी पानी, किसी चीज़ का घाटा नहीं, किन्ने पैसे चाहिए ने, माया ते लासा। ऐसे महापुरख दयालु सीगे। तो जिन्हां दा कोई भी थां नहीं, कोई जगह नहीं, उन्होंने साध संगत का आसरा है। जे वाहिगुरु नूं भावे चंगा लगे तां थां हिणे पुरख नूं हे वाहिगुरु तेरा सचखंड रूपी स्वरूप रूपी थां साध संगत दी किरपा दे नाल फिर अगे तरक्की हुंदी है, अगा प्राप्त हुंदा है। जो किन्नी करतार साई भली गल। हे करतार परमेश्वर, या जो संत ज्ञानी करतार सिंह जी खालसा पिंडां वाले वर्गे महापुरख गल्लां करदे, यानी कथा बचन बिलास गुरबाणी दी निश्चय दृढ़ाउण लई, दृढ़ कराउण लई सरवण कराउंदे, उही चंगे बचन उन्हां दी कथा जिन्हां जिन्हां सुनी जां जिहड़े सुन लैंदे, कुछ होर सुनना बाकी नहीं रह जांदा। हे परमेश्वर, जिहड़ी तूं कीती होई है, यानी गुरबाणी दे विच चंगी गल, ये जो गुरबाणी दी विचार है, ये तेरा हुक्म जो है, ये हुक्म रूपी गल बड़ी ही चंगी है। जिनी पछाता खासम। हे खसम मालिक परमेश्वर, जिन्हां ने तैनू गुरु उपदेश द्वारा पहचान लिया है। दरगाह मल। ओ विकारां नू जितन वाले तेरी दरगाह न्याय सभा दे मल पहलवान हन। हों गोसाई दा पहलवानड़ा, मैं गुर मिलियो चदो मालड़ा, सब होई छिंज इकट्ठिया, दइयो बैठा वेखे आप जियो, वात वजन टमक भेरियां, मल लथे लैंदे फेरियां, निहते पंज जुआन में गुर थापी देती कंड जियो। तगड़ा हो जा भाई, काम क्रोध वैरियां नू ढा सुट, आपे छिंज पवाए मल्ला खाड़ा रचिया, घोड़ कबड्डी की जाच सिखा के जोर करा के शरीर च बल भर के आत्मा नूं बलवान करके विकारां नाल लड़न दी गुरु साहिब शक्ति बख्शदे हन। ओही साध संगत जी मल पहलवान है। या इसे प्रकार पछाता खासम। हे परमेश्वर, जिन्होंने ने तेरे स्वरूप नूं पहचान लिया है, दरगाह मल। उन्होंने दर अंदर हिरदे रूपी गाह जगह दे विच काम क्रोध लोभ मोह हंकार आदि नूं मल छड्डिया है, या विकारां रूपी पहलवानां नूं मल दिता है, दूर कर दिता है, या तुरिया पादरूप दरगाह नूं मल के बैठ गए हन। सही तेरा फुरमान। बोर्ड के उपर लिखिया हुंदा है कि श्री गुरु ग्रंथ साहिब जी का फुरमान जुगो जुग अटल। श्री गुरु ग्रंथ साहिब जी का अज का फुरमान या अज का हुक्मनामा, ये जो तेरा हुक्मनामा तेरा फुरमान है, ये सही सच्चा है। ना फेरिया गुरबाणी का एक एक अखर साडे लई फुरमान हुक्म है, किसे पासों में जो फेरिया पा मोड़िया नहीं जाता। कारण करण करीम, ये सारे फारसी के अखर ने। करीम, हे परमात्मा तू सारे कारजां दे करन वाला है, ते आप ही करीम कर्म बख्शी करने वाला है, या करीम आप ही कृपालता करने वाला है। कुदरत तेरी ये
सब तेरी ही कुदरत शक्ति है, कुदरत करके वसिया सोए। सो ये महाराज सारी तेरी ही कुदरत है। जो धरती हेठ वसंदा पानी, धरती नालों 10 गुना पानी ज्यादा, धरती फिर भी बेड़ी वांग तैर रही है। यदि मिट्टी खोर के मिट्टी का ढेला तुसी पानी में सुटो, चाटी खुर जाता। MC वाले गौरमेंट सड़कां बनाउंदी है, तुसी रस्ते जांदियां देखिया होगा। वो मेरे वर्गे जूस की दुकान वाले या कोई रंग रोगन करन वाले या होर पानी वाले, ते जिथे जिथे पक्की सड़क ते भी भावें पानी मिलदा, कोई भी जगह है। मैं तो दरबार साहब भी वेखिया भी पानी पै पै के बाल्टियां मार मार के पत्थरां 'च भी मोरियां हो जांदियां। पानी एक इहो जी चीज़ है, दुनिया 'च सब तो पतली वस्तु पानी है, पर पानी कागज नूं तां खोरदा, मिट्टी नूं तां खोरदा, पक्की सड़क नूं भी, रेता बजरी वाली सड़क नूं भी घर ही ला दिंदा। वेखो खूह दे उपर वो जिहड़ी मौन हुंदी है, पुराने समय 'चों नलके हेठ बाल्टी वज वज के खुरे दे विच भी निशान पै जांदे सीगे। इंज जिहड़ा पानी है वो छड्डदा नहीं किसी नूं, चंगे भले बंदे नूं खोर के रख दिंदा। पानी एक इहो जी चीज़ है। तो फिर भी वेखो रब की कुदरत है, भगवान जी वो जिहड़ा पानी है साडे शरीर नूं भी मेनटेन कर रहा। तो एक बड़ा 3 हिस्सा पानी है। जबान दे विच पानी ना होवे ते जबान बोल नहीं सकती, संघ दे विच पानी ना होवे गले दी सुर नहीं बनती, खांसी आई जाएगी, गला सुकी जाऊगा। अजकल बीमारी भी इस तरह की हुई है। तो इस प्रकार पानी परविश कर रहा, जगत नूं पैदा कर रहा, पानी पैदा जगत का। ये रब की कुदरत ही है कि एक नुकसान वाली चीज़ है जिहड़ी फ्लड्डां दे रूप दे विच वेखो कितना नुकसान करदी, ते भाखड़ा बन लग गया तो सानू बिजली बना बना दे रहा। कितना ये सख्त सुभाव वाला, फिर भी साडा भला कर रहा है। तो धरती नूं डोबदा नहीं है, ये तैर रही है। तो आपां वेखो किन्नी किन्नी उच्चियां बिल्डिंगां, किन्ने किन्ने वड्डे घर, किन्ने किन्ने वड्डे पहाड़ दरख्त, सब पानी के उपर धरती के उपर तैर रहे हैं। यही तो कुदरत है। ये भगवान तू आप तो महान ही है, तेरी कुदरत जिहड़ी शक्ति है वो भी बड़ी महान है। तो इसलिए ये महाराज सच्चे पातशाह जी के घर दीयां गल्लां ओहदी सिफत सलाह है जो गुरु साहिब की बाणी द्वारा आपने सरवण की है। ये 16 पौड़ियां की संपूर्णता हुई है जी। विचार करदे हां 10 पासों बेअंत प्रकार दीयां भुल्लां चुकां होईयां ने, कृपा करके माफ़ करना जी। अगे दो समत बख्शने। जो कीनी करतार साई भली गल, जिनी पछाता खासम से दरगाह मल, सही तेरा फुरमा किने ना फेरिए, कारण करण करी कुदरत तेरी है। वाहिगुरू जी का खालसा